ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਬਹੁਤ ਸਾਰੇ ਮੈਸੇਜ ਆਉਂਦੇ ਨੇ, ਬਹੁਤ ਸਾਰੇ ਫੋਨ ਆਉਂਦੇ ਨੇ, ਲਗਾਤਾਰ ਉਵੇਂ ਹੀ ਆ ਰਹੇ ਨੇ ਜਿਵੇਂ 15 ਫਰਵਰੀ ਤੋਂ ਬਾਅਦ। ਤੁਸੀਂ ਵਾਰ-ਵਾਰ ਮੈਨੂੰ ਇਹ ਗੱਲ ਕਹਿ ਰਹੇ ਹੋ, ਸਾਰੀਆਂ ਭੈਣਾਂ ਵੀਰ, ਕਿ ਦੀਪ ਬਾਰੇ ਹੋਰ ਗੱਲਾਂ ਕਰੋ, ਵੀਡੀਓ ਪਾਓ। ਮੈਂ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਦੀਪ ਬਾਰੇ, ਪਰ ਇਹ ਜਿਹੜੇ ਦਿਨ ਨੇ ਇਹ ਬਹੁਤ ਰੁਝੇਵਿਆਂ ਭਰੇ ਦਿਨ ਨੇ, ਕਿਉਂਕਿ ਕਿਤੇ ਨਾ ਕਿਤੇ ਦੀਪ ਦੀ ਯਾਦ ਦੇ ਵਿੱਚ ਪ੍ਰੋਗਰਾਮ ਰੱਖਿਆ ਹੁੰਦਾ ਅਤੇ ਵੱਖ-ਵੱਖ ਥਾਵਾਂ 'ਤੇ ਮੈਨੂੰ ਜਾਣਾ ਵੀ ਪੈਂਦਾ। ਕਈ ਵਾਰੀ ਉਦਾਸੀ ਇੰਨੀ ਭਾਰੂ ਹੋ ਜਾਂਦੀ ਹੈ ਕਿ ਗੱਲ ਕਰਨ ਨੂੰ ਜੀਅ ਨਹੀਂ ਕਰਦਾ। ਮੈਨੂੰ ਬਹੁਤ ਸਾਰੀਆਂ ਭੈਣਾਂ ਭਰਾਵਾਂ ਦੇ ਮੈਸੇਜ, ਫੋਨ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਕਿ ਬਾਈ ਜੀ ਤੁਸੀਂ ਆਪਣਾ ਖਿਆਲ ਰੱਖੋ, ਤੁਸੀਂ ਕਿਤੇ ਡਿਪਰੈਸ਼ਨ 'ਚ ਨਾ ਚਲੇ ਜਾਇਓ। ਮੇਰੇ ਨਾਲ ਇਸ ਕਿਸਮ ਦੀ ਸਾਂਝ ਰੱਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਮੈਂ ਦਿਲੋਂ ਬਹੁਤ ਜ਼ਿਆਦਾ ਸਤਿਕਾਰ ਕਰਦਾ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ। ਆਪਣੀ ਸਾਂਝ ਦਾ ਆਧਾਰ ਆ ਜਿਹੜਾ ਉਹ ਦੀਪ ਹੈ, ਅਤੇ ਦੀਪ ਵਰਗੇ ਇਨਸਾਨ, ਦੀਪ ਵਰਗੇ ਯੋਧੇ 'ਤੇ ਆਧਾਰਿਤ ਜਿਹੜੇ ਰਿਸ਼ਤੇ ਹੋਣਗੇ ਉਹ ਕੱਚੇ ਨਹੀਂ ਹੋ ਸਕਦੇ, ਉਹ ਹੌਲੇ ਨਹੀਂ ਹੋ ਸਕਦੇ। ਉਹਨਾਂ ਰਿਸ਼ਤਿਆਂ ਨੂੰ ਬਹੁਤ ਪਕੇਰੇ ਅਤੇ ਬਹੁਤ ਡੂੰਘੇ ਹੀ ਹੋਣਾ ਪਊਗਾ, ਕਿਉਂਕਿ ਦੀਪ ਨੂੰ ਪਿਆਰ ਕਰਨ ਵਾਲੇ ਵੀ ਬੰਦੇ ਹੌਲੇ ਨਹੀਂ ਹੋ ਸਕਦੇ। ਦੀਪ ਨੂੰ ਪਿਆਰ ਕਰਨ ਵਾਲੇ ਬੰਦੇ ਆ ਜਿਹੜੇ ਉਹ ਕੱਚੇ ਨਹੀਂ ਹੋ ਸਕਦੇ। ਮੈਂ ਰਾਤ ਬਹੁਤ ਜ਼ਿਆਦਾ ਉਦਾਸ ਸੀ ਜਿੱਥੇ ਮੈਂ ਰਹਿਣਾ। ਜਦੋਂ 12-1 ਵਜੇ ਦਾ ਟਾਈਮ ਹੋ ਜਾਂਦਾ ਤਾਂ ਸਾਰਾ ਟ੍ਰੈਫਿਕ ਜਾਂ ਹੋਰ ਲੋਕਾਂ ਦਾ ਜਿਹੜਾ ਰੌਲਾ ਰੱਪਾ ਉਹ ਸ਼ਾਂਤ ਹੋ ਜਾਂਦਾ, ਅਤੇ 2 ਵਜੇ ਬਿਲਕੁਲ ਸ਼ਾਂਤੀ ਸੀ। ਅਤੇ ਜਦੋਂ ਰਾਤ ਨੂੰ ਸ਼ਾਂਤੀ ਹੋ ਜਾਂਦੀ ਹੈ, ਇਸ ਤਰ੍ਹਾਂ ਦਾ ਜਿਹੜਾ ਰਾਤ ਦਾ ਪਹਿਰ ਹੁੰਦਾ, ਉਦੋਂ ਦੀਪ ਬਹੁਤ ਯਾਦ ਆਉਂਦਾ ਮੈਨੂੰ। ਉਦੋਂ ਮੈਂ ਜਦੋਂ ਇਹ ਗੱਲ ਸੋਚਦਾ ਹਾਂ ਕਿ ਸਾਰੀ ਲੁਕਾਈ, ਸਾਰੀ ਕਾਇਨਾਤ ਹੈ ਜਿਹੜੀ ਉਹ ਸ਼ਾਂਤੀ 'ਚ ਪਈ ਆ, ਜਾਂ ਲੋਕ ਦੂਜੇ ਦੇਸ਼ਾਂ ਦੇ ਵਿੱਚ ਦਿਨ ਉੱਥੇ ਆਪਣੇ ਆਪਣੇ ਕੰਮ ਕਰ ਰਹੇ ਹੋ, ਤੁਸੀਂ ਸਾਰੇ, ਸਾਡੇ ਰਾਤ ਹੈ। ਅਤੇ ਉਸ ਵਕਤ ਮੈਨੂੰ ਇਹ ਗੱਲ ਦਾ ਖਿਆਲ ਆਉਂਦਾ ਕਿ ਦੀਪ ਇਸ ਧਰਤੀ 'ਤੇ ਹੈ ਨਹੀਂ ਗਾ। ਜਿਸ ਧਰਤੀ 'ਤੇ ਮੈਂ ਜਿਉਂ ਰਿਹਾ, ਜਿਸ ਧਰਤੀ 'ਤੇ ਤੁਸੀਂ ਜਿਉਂ ਰਹੇ ਹੋ, ਅਤੇ ਆਪਣੇ ਵਰਗੇ ਲੱਖਾਂ ਕਰੋੜਾਂ ਲੋਕ ਦੀਪ ਨੂੰ ਪਿਆਰ ਕਰਨ ਵਾਲੇ ਜਿਸ ਧਰਤੀ 'ਤੇ ਜਿਉਂ ਰਹੇ ਹਾਂ ਅਸੀਂ ਸਾਰੇ, ਉਸ ਧਰਤੀ 'ਤੇ ਦੀਪ ਹੈ ਨਹੀਂ ਗਾ। ਇਹ ਗੱਲ ਸੋਚਣੀ ਮੇਰੇ ਲਈ ਬਹੁਤ ਔਖੀ ਹੈ, ਬਰਦਾਸ਼ਤ ਕਰਨੀ ਉਸ ਤੋਂ ਵੀ ਜ਼ਿਆਦਾ ਔਖੀ ਹੈ। ਇਸ ਕਰਕੇ ਤੁਸੀਂ ਦੇਖੋ ਕਿ ਅੱਜ 12 ਮਾਰਚ ਅਤੇ 15 ਮਾਰਚ ਨੂੰ ਦੀਪ ਨੂੰ ਗਿਆ 1 ਮਹੀਨਾ ਹੋ ਜਾਊਗਾ। ਪਰ ਇਹਨਾਂ 30 ਦਿਨਾਂ ਦੇ ਵਿੱਚ ਅਸੀਂ ਇੱਕ ਪਲ ਵੀ ਦੀਪ ਦੀ ਯਾਦ ਤੋਂ ਪਰੇ ਨਹੀਂ ਹੋਏ, ਦੀਪ ਦੇ ਖਿਆਲਾਂ ਤੋਂ ਪਰੇ ਨਹੀਂ ਹੋਏ। ਲਗਾਤਾਰ ਪੂਰੀ ਦੁਨੀਆ ਦੇ ਵਿੱਚ ਦੀਪ ਨੂੰ ਚਾਹੁਣ ਵਾਲੇ ਤੁਸੀਂ ਸਾਰੇ, ਅਸੀਂ ਉਵੇਂ ਹੀ ਦੀਪ ਨਾਲ ਜੁੜੇ ਹੋਏ ਹਾਂ। ਉਹਦਾ ਦੁੱਖ ਰੋਜ਼ ਉਵੇਂ ਹੀ ਸਾਡੇ ਨਾਲ ਰਹਿੰਦਾ ਹੈ। ਤੁਹਾਨੂੰ ਮੇਰਾ ਫਿਕਰ ਹੈ, ਜਾਂ ਮੇਰੇ ਸਿਹਤ ਬਾਰੇ, ਜਾਂ ਮੇਰੀ ਮਾਨਸਿਕ ਸਿਹਤ ਬਾਰੇ ਤੁਸੀਂ ਫਿਕਰ ਕਰਦੇ ਹੋ, ਤਾਂ ਮੈਨੂੰ ਵੀ ਤੁਹਾਡਾ ਸਾਰਿਆਂ ਦਾ ਫਿਕਰ ਹੈ। ਭੈਣਾਂ ਵੀਰ ਮੇਰੇ ਨਾਲ ਗੱਲਾਂ ਕਰਦੇ ਨੇ, 20-20, 25-25 ਮਿੰਟ, 30-30 ਮਿੰਟ ਕਾਲ ਕਰਦੇ ਰਹਿੰਦੇ ਨੇ। ਮੈਂ ਸੁਣਦਾ ਰਹਿਣਾ, ਮੈਂ ਵੀ ਰੋਂਦਾ ਰਹਿਣਾ। ਉਹ ਆਪਣੇ ਦਿਲ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਨੇ। ਬਹੁਤ
ਵਾਰ-ਵਾਰ ਮੈਂ ਇਹੀ ਗੱਲ ਕਹਿਣਾ ਕਿ ਬਹੁਤ ਅਲੌਕਿਕ ਗੱਲਾਂ ਵਾਪਰ ਰਹੀਆਂ ਨੇ ਦੀਪ ਦੇ ਜਾਣ ਤੋਂ ਬਾਅਦ। ਕੱਲ ਮੈਨੂੰ ਇੱਕ ਭਰਾ ਦਾ ਮੈਸੇਜ ਆਇਆ ਇੱਥੋਂ ਹੀ ਪੰਜਾਬ 'ਚੋਂ। ਉਹ ਕਹਿੰਦਾ ਜੀ ਕਿ ਮੇਰੇ ਰਿਸ਼ਤੇਦਾਰਾਂ ਦਾ ਇੱਕ ਬੱਚਾ ਹੈ ਜਿਹੜਾ ਬਹੁਤ ਰੋਂਦਾ ਹੈ ਜਦੋਂ ਦਾ ਦੀਪ ਗਿਆ, ਅਤੇ ਉਹ ਰਿਸ਼ਤੇਦਾਰਾਂ ਨੇ ਉਹਨੂੰ ਝੂਠ ਬੋਲਤਾ ਕਿ ਦੀਪ ਹੈਗਾ, ਅਤੇ ਉਹਨਾਂ ਨੇ ਉਸ ਮੁੰਡੇ ਦਾ ਜਿਹੜਾ ਮੈਨੂੰ ਦੱਸ ਰਿਹਾ ਸੀ ਉਹਦਾ ਫ਼ੋਨ ਨੰਬਰ ਉਹ ਬੱਚੇ ਨੂੰ ਦੇ ਤਾ ਕਿ ਆਹ ਦੀਪ ਦਾ ਨੰਬਰ ਆ, ਤੂੰ ਇਹਦੇ 'ਤੇ ਗੱਲ ਕਰ ਲਾ ਦੀਪ ਨਾਲ। ਅਤੇ ਉਹਨਾਂ ਨੇ ਫ਼ੋਨ ਕਰਕੇ ਇਸ ਮੁੰਡੇ ਨੂੰ, ਜਿਹੜਾ ਨੌਜਵਾਨ ਮੈਨੂੰ ਇਹ ਗੱਲ ਦੱਸ ਰਿਹਾ, ਉਹਨੂੰ ਇਹ ਗੱਲ ਸਮਝਾ ਦਿੱਤੀ ਕਿ ਜਦੋਂ ਸਾਡਾ ਬੱਚਾ ਫ਼ੋਨ ਕਰੂਗਾ ਤਾਂ ਤੂੰ ਉਹਦੇ ਨਾਲ ਦੀਪ ਬਣ ਕੇ ਗੱਲ ਕਰਨੀ ਹੈ। ਅਸੀਂ ਉਹਨੂੰ ਕਿਹਾ ਕਿ ਦੀਪ ਦਾ ਨੰਬਰ ਹੈ ਅਤੇ ਤੂੰ ਐਂ ਹੀ ਗੱਲ ਕਰੀ ਵੀ ਜਿਵੇਂ ਦੀਪ ਬਣ ਕੇ ਗੱਲ ਕਰੀ, ਤਾਂ ਕਿ ਬੱਚੇ ਦੇ ਮਨ 'ਤੇ ਜਿਹੜਾ ਬੋਝ ਪਿਆ ਉਹ ਘਟੇ, ਬੱਚੇ ਨੂੰ ਥੋੜ੍ਹੀ ਮਾਨਸਿਕ ਸ਼ਾਂਤੀ ਮਿਲੇ ਕਿ ਦੀਪ ਹੈਗਾ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ, ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੇ ਵਰਤਾਰੇ ਵਾਪਰ ਰਹੇ ਨੇ। ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੇ ਵੀਰ, ਕੋਈ ਲਿਖ ਕੇ ਮੈਨੂੰ ਕੁਛ ਭੇਜਦਾ, ਕੋਈ ਮੇਰੇ ਨਾਲ ਫੋਨ 'ਤੇ ਗੱਲ ਕਰਦਾ, ਕੋਈ ਆਡੀਓ ਮੈਸੇਜ ਕਰਦਾ। ਪਿਛਲੇ ਦਿਨਾਂ ਦੇ ਵਿੱਚ, ਅੱਜ ਤੋਂ 2 ਦਿਨ ਪਹਿਲਾਂ 10 ਤਰੀਕ ਸੀਗੀ ਅਤੇ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ, ਚੋਣਾਂ ਦੇ ਨਤੀਜੇ ਆਏ। ਇਹਦੇ ਬਾਰੇ ਮੈਂ ਇੱਕ ਖਾਸ ਗੱਲ ਕਰਨੀ ਚਾਹੁੰਦਾ। ਸਾਨੂੰ ਸਾਰਿਆਂ ਨੂੰ ਇਹ ਗੱਲ ਦੀ ਉਮੀਦ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਣ, ਅਤੇ ਦੀਪ ਨੇ ਜੋ ਮਿਹਨਤ ਕੀਤੀ ਸੀ ਆਪਣੇ ਅੰਤਲੇ ਦਿਨ ਅਮਰਗੜ੍ਹ ਹਲਕੇ ਦੇ ਵਿੱਚ, ਉਸ ਮਿਹਨਤ ਨੂੰ ਬੂਰ ਪਵੇ। ਪਰ ਅਜਿਹਾ ਨਹੀਂ ਹੋ ਸਕਿਆ। ਸਿਮਰਨਜੀਤ ਸਿੰਘ ਮਾਨ ਸਾਹਿਬ ਉਹ ਸੀਟ ਹੈ ਜਿਹੜੀ ਅਮਰਗੜ੍ਹ ਦੀ, ਉਹ ਨਹੀਂ ਜਿੱਤ ਸਕੇ। ਇਸ 'ਤੇ ਬਹੁਤ ਸਾਰੇ ਲੋਕ, ਬਹੁਤ ਸਾਰੇ ਦੀਪ ਨੂੰ ਪਿਆਰ ਕਰਨ ਵਾਲੇ ਬਹੁਤ ਮਾਯੂਸ ਹੋ ਗਏ। ਮੈਂ ਉਹਨਾਂ ਸਾਰਿਆਂ ਦੇ ਨਾਲ ਹੀ ਇਹ ਗੱਲ ਕਰਨੀ ਚਾਹੁੰਦਾ, ਬਹੁਤ ਹੀ ਪਿਆਰ ਨਾਲ, ਕਿ ਮਾਯੂਸ ਹੋਣ ਦਾ ਸਮਾਂ ਨਹੀਂ ਗਾ ਸਾਡੇ ਕੋਲ। ਜੇ ਦੀਪ ਜਿਉਂਦਾ ਹੁੰਦਾ, ਫਿਰ ਵੀ ਅਗਰ ਮਾਨ ਸਾਹਿਬ ਹਾਰ ਜਾਂਦੇ, ਤਾਂ ਦੀਪ ਨੇ ਮਾਯੂਸ ਨਹੀਂ ਸੀ ਹੋਣਾ ਅਤੇ ਨਾ ਹੀ ਕਿਸੇ ਨੂੰ ਮਾਯੂਸ ਹੋਣ ਦੇਣਾ ਸੀ। ਤੁਸੀਂ ਇਸ ਗੱਲ ਵੱਲ ਦੇਖੋ ਕਿ ਮਾਨ ਸਾਹਿਬ ਨੂੰ ਕਿੰਨੀਆਂ ਵੱਧ ਵੋਟਾਂ ਪਈਆਂ, ਔਰ ਮਾਨ ਸਾਹਿਬ ਦੇ ਸਾਰੇ ਕੈਂਡੀਡੇਟ ਜਿੱਥੇ ਵੀ ਖੜ੍ਹੇ ਹੋਏ, ਬੇਸ਼ੱਕ ਉਹਨਾਂ 'ਚੋਂ ਕੋਈ ਨਹੀਂ ਜਿੱਤਿਆ, ਪਰ ਉਹਨਾਂ ਦੀਆਂ ਵੋਟਾਂ ਕਿੰਨੀਆਂ ਵਧੀਆਂ। ਵੋਟ ਪ੍ਰਤੀਸ਼ਤ ਵਧਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ। ਔਰ ਉਹਦੇ ਉਲਟ ਤੁਸੀਂ ਇਹ ਦੇਖੋ ਕਿ ਜਿਹੜੀਆਂ ਰਵਾਇਤੀ ਪਾਰਟੀਆਂ, ਲੁਟੇਰੀਆਂ ਪਾਰਟੀਆਂ ਜਿਹੜੀਆਂ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਬਾਦਲ ਹੈ, ਉਹਨਾਂ ਦਾ ਸਫਾਇਆ ਹੋ ਗਿਆ। ਉਹ ਰਵਾਇਤੀ ਲੀਡਰ ਜਿਹੜੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਸੀ, ਔਰ ਬੜੇ ਦੇਰ ਤੋਂ ਪੰਜਾਬ ਦੇ ਵਿੱਚ ਇੱਕ ਦੂਜੇ ਨਾਲ ਮਿਲ ਕੇ ਖੇਡਦੇ ਸੀ, ਕਦੇ 5 ਸਾਲ ਉਹ ਜਿੱਤਦੇ ਸੀ, ਕਦੇ 5 ਸਾਲ ਉਹ ਜਿੱਤਦੇ ਸੀ, ਔਰ ਵੱਡੇ ਵੱਡੇ ਤਨਾਂਤਰ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹ 90 ਸਾਲ ਤੋਂ ਵੱਧ ਉਹਨਾਂ ਦੀ ਉਮਰ ਆ, ਉਹਨਾਂ ਨੇ ਆ ਕੇ ਫਿਰ ਲੰਬੀ ਦੇ ਵਿੱਚ ਚੋਣ ਲੜੀ ਔਰ ਉਹ ਹਾਰ ਗਏ। ਔਰ ਬਾਕੀ ਸਾਰੇ ਵੱਡੇ ਨਾਂ ਜਿਨ੍ਹਾਂ ਨੇ ਪੰਜਾਬ ਨੂੰ ਔਖਾ ਕੀਤਾ ਹੋਇਆ ਸੀ, ਉਹ ਸਾਰੇ ਹਾਰੇ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਜਿਹੜਾ, ਉਹ ਕਈ ਜਗ੍ਹਾ 'ਤੇ ਦੂਜੇ ਨੰਬਰ 'ਤੇ ਰਿਹਾ। ਜਿਹੜੀ ਜੇਤੂ ਪਾਰਟੀ ਆ ਆਪ, ਉਹਦੇ ਉਮੀਦਵਾਰਾਂ ਤੋਂ ਦੂਜੇ ਨੰਬਰ 'ਤੇ, ਮਾਨ ਸਾਹਿਬ ਵੀ ਦੂਜੇ ਨੰਬਰ 'ਤੇ ਰਹੇ। ਕਾਂਗਰਸ ਅਤੇ ਅਕਾਲੀ ਦਲ ਬਾਦਲ ਆ ਜਿਹੜਾ, ਉਹ ਤੀਜੇ ਚੌਥੇ ਨੰਬਰ 'ਤੇ ਚਲੇ ਗਏ। ਇਹ ਗੱਲ ਆ ਜਿਹੜੀ ਬਹੁਤ ਪੋਜ਼ੀਟਿਵ ਹੈ, ਬਹੁਤ ਸਕਾਰਾਤਮਕ ਆ, ਬਹੁਤ ਹਾਂ ਪੱਖੀ ਹੈ। ਮੈਂ ਤੁਹਾਨੂੰ ਇਹ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਤੁਸੀਂ ਮੇਰੀਆਂ ਪੋਸਟਾਂ ਵੀ ਦੇਖੀਆਂ ਹੋਣੀਆਂ ਫੇਸਬੁੱਕ 'ਤੇ ਪਾਈਆਂ ਮਾਨ ਸਾਹਿਬ ਦੀ ਹਾਰ ਤੋਂ ਬਾਅਦ। ਤਾਂ ਮੈਂ ਬਿਲਕੁਲ ਨਿਰਾਸ਼ਾ ਵਾਲੀ ਗੱਲ ਨਹੀਂ ਕੀਤੀ, ਕਿਉਂਕਿ ਮੈਂ ਵੈਸੇ ਹੀ ਇੱਦਾਂ ਦਾ ਕਿ ਬਹੁਤ ਅਸੀਂ ਹਾਂ ਪੱਖੀ ਲੋਕ ਹਾਂ, ਬਹੁਤ ਚੜ੍ਹਦੀ ਕਲਾ ਵਾਲੇ ਲੋਕ ਹਾਂ। ਸਾਡੇ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਉਹ ਸਾਨੂੰ ਚੜ੍ਹਦੀ ਕਲਾ ਸਿਖਾਉਂਦਾ ਹੈ। ਔਰ ਬਾਕੀ ਇਹ ਚੜ੍ਹਦੀ ਕਲਾ ਜਿਹੜੀ ਆ, ਉਹਦਾ ਜਿਹੜਾ ਇੱਕ ਭਾਵ ਆ, ਉਹ ਜਿਹੜਾ ਮੈਂ ਦੀਪ ਤੋਂ ਵੀ ਸਿੱਖਿਆ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਸੀ ਕਿ ਔਖੇ ਤੋਂ ਔਖਾ ਕੰਮ ਆ ਜਿਹੜਾ,
ਉਹਨੂੰ ਪੱਕੇ ਇਰਾਦੇ ਨਾਲ ਕਰਨਾ, ਜਿਹੜਾ ਦ੍ਰਿੜ ਨਿਸ਼ਚੇ ਨਾਲ ਕਰਨਾ, ਇਹ ਮੈਂ ਦੀਪ ਤੋਂ ਸਿੱਖਿਆ। ਇਹ ਦੀਪ ਦੀ ਕਮਾਈ ਹੈ ਕਿ ਪੰਥਕ ਰਾਜਨੀਤੀ ਦੇ ਵਿੱਚ ਹਲਚਲ ਹੋਈ ਹੈ ਔਰ ਇਹਨੂੰ ਸਮਝਣ ਵਾਲੇ ਲੋਕ, ਇਹਨੂੰ ਗੰਭੀਰਤਾ ਦੇ ਨਾਲ ਬਰੀਕ ਪੱਧਰ 'ਤੇ, ਮਹੀਨ ਪੱਧਰ 'ਤੇ ਸਮਝਣ ਤੇ ਸੋਚਣ ਵਾਲੇ ਜਿਹੜੇ ਵਿਦਵਾਨ ਆ, ਉਹ ਇਸ ਗੱਲ ਨੂੰ ਬਹੁਤ ਹਾਂ ਪੱਖੀ ਲੈ ਰਹੇ ਆ। ਇਸ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ। ਸਾਡੀ ਲੜਾਈ ਹੈ ਜਿਹੜੀ ਪੰਜਾਬ ਲਈ, ਇਹ ਬਹੁਤ ਲੰਮੀ ਹੈ ਔਰ ਬਹੁਤ ਵੱਡੀ ਹੈ, ਤੇ ਇਹ ਵੋਟਾਂ 'ਤੇ ਬਹੁਤੀ ਆਧਾਰਿਤ ਨਹੀਂ ਗੀ। ਲੋਕਾਂ ਦੀ ਮਾਨਸਿਕਤਾ ਦੇ ਵਿੱਚ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੈ, ਜਿਹੜਾ ਕਿ ਦੀਪ ਨੇ ਲਿਆਂਦਾ। ਮੇਰੇ ਵਰਗੇ ਬੰਦੇ, ਮੈਂ ਕਦੇ ਕਿਸੇ ਨੂੰ ਵੋਟ ਨਹੀਂ ਪਾਈ, ਨਾ ਮੈਂ ਕਦੇ ਕਿਸੇ ਦੀ ਵੋਟ ਮੁਹਿੰਮ ਦੇ ਵਿੱਚ, ਚੋਣ ਮੁਹਿੰਮ ਦੇ ਵਿੱਚ ਕਿਸੇ ਦਾ ਪ੍ਰਚਾਰ ਕੀਤਾ। ਮੈਂ ਪਹਿਲੀ ਵਾਰੀ ਮਾਨ ਸਾਹਿਬ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ, ਜਦੋਂ ਕਿ ਮੇਰੀ ਵੋਟ ਸੀ ਜਿਹੜੀ ਉਹ ਬਠਿੰਡੇ ਸੀ, ਅਤੇ ਬਠਿੰਡੇ ਮਾਨ ਸਾਹਿਬ ਦੇ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਸੀ, ਅਤੇ ਇਸ ਕਰਕੇ ਮੈਂ ਵੋਟ ਪਾਉਣ ਨਹੀਂ ਗਿਆ। ਪਰ ਮੈਂ ਸਮੁੱਚੇ ਰੂਪ ਦੇ ਵਿੱਚ ਇਸ ਗੱਲ ਨੂੰ ਸਮਝਿਆ ਕਿ ਪੰਜਾਬ ਨੂੰ ਕਿਸ ਕਿਸਮ ਦੇ ਲੀਡਰ ਜਾਂ ਕਿਸ ਕਿਸਮ ਦੀ ਰਾਜਨੀਤੀ ਦੀ ਜਾਂ ਕਿਸ ਕਿਸਮ ਦੀ ਵਿਚਾਰਧਾਰਾ ਦੀ ਲੋੜ ਹੈ। ਬਹੁਤ ਸਾਰੀਆਂ ਉਣਤਾਈਆਂ ਹੋ ਸਕਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 'ਚ, ਪਰ ਹੁਣ ਸਮਾਂ ਕਿ ਉਹਨਾਂ ਨੂੰ ਵੀ ਆਪ ਦਾ ਜਿਹੜਾ ਸਵੈ ਵਿਸ਼ਲੇਸ਼ਣ ਆ ਉਹ ਕਰਨਾ ਚਾਹੀਦਾ। ਉਹਨਾਂ ਨੂੰ ਚਾਹੀਦਾ ਕਿ ਪੰਥਕ ਰਾਜਨੀਤੀ ਦੇ ਵਿੱਚ ਅਸਲ ਅਕਾਲੀ ਦਲ ਕੌਣ ਹੈ, ਇਹ ਉਹ ਸਿੱਧ ਕਰਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ, ਉਹਦੇ ਲੀਡਰ, ਉਹਦੇ ਕਾਰਕੁਨ ਇਸ ਤਰ੍ਹਾਂ ਨਾਲ ਕੰਮ ਕਰਨ ਕਿ ਉਹ ਸਿੱਧ ਕਰਨ ਕਿ ਅਸਲ ਅਕਾਲੀ ਦਲ ਕੌਣ ਹੈ, ਕਿਉਂਕਿ ਨਕਲੀ ਅਕਾਲੀ ਦਲ, ਲੋਟੂ ਅਕਾਲੀ ਦਲ ਦਾ ਜਿਹੜਾ ਹੈਗਾ ਉਹ ਸਫਾਇਆ ਹੋ ਚੁੱਕਿਆ। ਦੂਸਰੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਪ੍ਰੋਗਰਾਮ ਨੇ। 13 ਤਰੀਕ, ਕੱਲ੍ਹ ਨੂੰ 13 ਤਰੀਕ ਹੈ, ਐਤਵਾਰ, 4-5 ਜਗ੍ਹਾ ਦੀਪ ਦੇ ਯਾਦ ਦੇ ਵਿੱਚ ਪਾਠ ਦੇ ਭੋਗ ਪੈਣਗੇ ਅਲੱਗ-ਅਲੱਗ ਜਗ੍ਹਾ। ਮੈਂ ਵੀ ਜਾ ਰਿਹਾ ਜਿੱਥੇ ਮੇਰੀ ਡਿਊਟੀ ਲੱਗੀ ਹੈ, ਔਰ ਪੂਰੀ ਦੁਨੀਆ ਦੇ ਵਿੱਚ ਵੀ, ਬਾਹਰਲੇ ਦੇਸ਼ਾਂ 'ਚ ਵੀ ਇਹ ਸਾਰਾ ਕੁਝ ਹੋ ਰਿਹਾ ਹੈਗਾ। ਮੈਂ ਇਹੀ ਚਾਹੁੰਦਾ ਕਿ ਜੇ ਤੁਸੀਂ ਮੇਰੇ ਤੋਂ ਇਹ ਚਾਹੁੰਦੇ ਹੋ ਕਿ ਮੈਂ ਚੜ੍ਹਦੀ ਕਲਾ 'ਚ ਰਹਾਂ ਜਾਂ ਆਪਦੇ ਆਪ ਨੂੰ ਸੰਭਾਲਾਂ, ਜਾਂ ਦੀਪ ਦਾ ਜਿਹੜਾ ਇਹ ਦੁੱਖ ਆ ਇਹਦੇ ਵਿੱਚ ਕਿਤੇ ਮੈਂ ਡਿਪਰੈਸ਼ਨ 'ਚ ਨਾ ਚਲਾ ਜਾਵਾਂ, ਅਤੇ ਮੈਂ ਵੀ ਤੁਹਾਡੇ ਸਾਰਿਆਂ ਤੋਂ ਇਹੀ ਚਾਹੁੰਦਾ ਕਿ ਤੁਸੀਂ ਵੀ ਸਾਰੇ ਚੜ੍ਹਦੀ ਕਲਾ 'ਚ ਰਹੋ। ਕਿਉਂਕਿ ਦੀਪ ਨੂੰ ਡਿਪਰੈਸ਼ਨ 'ਚ ਜਾ ਕੇ ਜਾਂ ਉਦਾਸ ਹੋ ਕੇ ਨਹੀਂ ਯਾਦ ਰੱਖਿਆ ਜਾ ਸਕਦਾ। ਦੀਪ ਨੂੰ ਚੜ੍ਹਦੀ ਕਲਾ 'ਚ ਰਹਿ ਕੇ ਹੀ ਯਾਦ ਰੱਖਿਆ ਜਾਊਗਾ, ਕਿਉਂਕਿ ਦੀਪ ਖੁਦ ਬਹੁਤ ਚੜ੍ਹਦੀ ਕਲਾ ਵਾਲਾ ਸੀ। ਉਹ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਪਾਲਦਾ, ਉਹ ਕਿਸੇ ਨਾਲ ਕੋਈ ਆਡਾ ਨਹੀਂ ਸੀ ਲਾਉਂਦਾ। ਉਹ ਵਿਚਾਰਧਾਰਕ ਤੌਰ 'ਤੇ, ਸਿਧਾਂਤਕ ਤੌਰ 'ਤੇ ਜਿਹੜੀ ਆ ਉਹ ਲੜਾਈ ਲੜਦਾ ਸੀ। ਅਦਰਵਾਈਜ਼ ਉਹ ਸਭ ਦਾ ਸਤਿਕਾਰ ਕਰਦਾ ਸੀ। ਔਰ ਜਿਹੜੇ ਲੋਕਾਂ ਨੇ ਦੀਪ ਦਾ ਵਿਰੋਧ ਕੀਤਾ, ਕਿਸਾਨ ਯੂਨੀਅਨ ਨੇ, ਉਹਨਾਂ ਦੇ ਲੀਡਰਾਂ ਨੇ, ਜਾਂ ਹੋਰ ਲੋਕਾਂ ਨੇ ਦੀਪ ਦੇ ਖਿਲਾਫ ਵੀਡੀਓ ਬਣਾਏ, ਉਹਦੇ ਖਿਲਾਫ ਕੂੜ ਪ੍ਰਚਾਰ ਕੀਤਾ ਔਰ ਦੀਪ ਨੂੰ ਗਦਾਰ ਕਹਿੰਦੇ ਸੀ, ਉਹ ਖੁਦ ਰਾਜਨੀਤੀ 'ਚ ਗਏ। ਜਿਹੜੇ ਕਹਿੰਦੇ ਸੀ ਕਿ ਦੀਪ ਰਾਜਨੀਤੀ 'ਚ ਜਾਊਗਾ, ਇਹ ਫਾਇਦਾ ਲੈਣਾ ਚਾਹੁੰਦਾ ਕਿਸਾਨ ਅੰਦੋਲਨ ਦਾ, ਉਹ ਖੁਦ ਵੋਟਾਂ 'ਚ ਖੜੇ ਹੋਏ, ਚੋਣਾਂ 'ਚ ਲੜੇ, ਔਰ ਉਹਨਾਂ ਸਾਰਿਆਂ ਦਾ ਕੀ ਹਸ਼ਰ ਹੋਇਆ ਉਹ ਤੁਸੀਂ ਦੇਖ ਹੀ ਲਿਆ। ਹੁਣ ਦੀਪ ਨੇ ਕਿਹਾ ਸੀ ਕਿ ਇਹਨਾਂ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ, ਔਰ ਉਹ ਉਸੇ ਤਰ੍ਹਾਂ ਹੀ ਹੋਇਆ। ਇਸ ਕਰਕੇ ਬਹੁਤ ਗੱਲਾਂ ਨੇ ਜਿਹੜੀਆਂ ਸਾਨੂੰ ਹਮੇਸ਼ਾ ਹੀ ਕਰਦੇ ਰਹਿਣਾ ਪਊਗਾ। ਮੈਂ ਅੱਜ ਇੱਕ ਜਾਂਦੇ ਜਾਂਦੇ ਹੋਰ ਗੱਲ ਕਰਦਾ, ਜਿਹੜੀ ਗੱਲ ਮੈਨੂੰ ਬਹੁਤ ਕਈ ਵਾਰ ਦੁੱਖ ਦਿੰਦੀ ਹੈ। ਮੈਂ ਅੱਜ ਇੱਕ ਫੋਟੋ ਦੇਖੀ ਜਾਂਦਾ ਸੀ ਦੀਪ ਦੀ। ਅਸੀਂ ਨਾ ਇੱਕ ਫੋਟੋ ਸ਼ੂਟ ਕੀਤਾ ਸੀ ਦੀਪ ਦਾ, ਜੋਰਾ 10 ਨੰਬਰੀਆ ਦੇ ਸ਼ੂਟਿੰਗ ਤੋਂ ਪਹਿਲਾਂ। ਲੋਨਾਵਾਲਾ ਇੱਕ ਜਗ੍ਹਾ ਹੈਗੀ, ਪੂਨਾ ਬੰਬੇ ਹਾਈਵੇ ਹੈ ਜਿਹੜਾ, ਉਹਦੇ 'ਤੇ ਇੱਕ ਕਸਬਾ ਹੈ ਖੰਡਾਲਾ, ਤੁਸੀਂ ਨਾਂ ਸੁਣਿਆ ਹੋਣਾ।
खंडाला लोनावाला 100 किलोमीटर है ये मुंबई तो। इत्थे धर्मिंदर का फार्म हाउस आ, बहुत वड्डा फार्म हाउस आ, उहदियां उत्थे जमीन आ, फसलां ने, पशु रखे हुए ने, घर है। और धर्मिंदर जदों तो बजुर्ग होया और वो फिल्मां च नहीं काम कर पा रहे, उदों तो वो ज़्यादातर लोनावाला फार्म हाउस दे विच ही रहिंदे ने। घर उन्हां दा जिहड़ा वो बॉम्बे दे विच मुंबई च। ਤਾਂ ਅਸੀਂ ਉਹ ਫੋਟੋ ਸ਼ੂਟ ਸੀ ਜਿਹੜਾ ਉਹ ਲੋਨਾਵਾਲਾ ਧਰਮਿੰਦਰ ਹੋਰਾਂ ਦੇ ਫਾਰਮ ਹਾਊਸ 'ਤੇ ਹੀ ਕੀਤਾ ਸੀ। ਇਸ ਗੱਲ ਫੋਟੋ ਦੇ ਨਾਲ ਫਿਰ ਮੈਨੂੰ ਇਹ ਗੱਲ ਯਾਦ ਆ ਗਈ ਕਿ ਦੀਪ ਦੀ ਕਿਸ ਕਿਸਮ ਦੀ ਨੇੜਤਾ ਸੀਗੀ ਉਸ ਪਰਿਵਾਰ ਨਾਲ, ਕਿੰਨਾ ਕੰਮ ਕੀਤਾ ਦੀਪ ਨੇ ਉਸ ਪਰਿਵਾਰ ਨਾਲ, ਉਸ ਪਰਿਵਾਰ ਦੇ ਲਈ। ਸਨੀ ਦਿਓਲ, ਬੌਬੀ ਦਿਓਲ, ਧਰਮਿੰਦਰ और उन्होंने बच्चे सारिਆਂ ਦਾ किन्ना ख्याल रखता सी दीप, किन्ना काम करता सी। बहुत बार मैं दीप के नाल धर्मिंदर के घरे गया, फिल्म दे विच भी, जोरा 10 नंबरिया च भी उन्होंने काम किया। बहुत बार मैं दीप के नाल लोनावाला फार्म हाउस भी गया, उत्थे रातां नूं भी असीं रहे, बहुत गल्लां कीतियां धर्मिंदर नाल और सनी दिओल नाल भी। मतलब वो सारे परिवार दी दीप नाल की साਂਝ सी, जां दीप दी उस परिवार नाल की साਂਝ सी, जां दीप दे मन च किन्नी इज्जत सी उस परिवार दी और किवें वो उस परिवार नूं अपना समझदा सी। ये मैं सारा कुछ मतलब 3-4 साल दे समय च देखिया, जिहड़ा किसान अंदोलन तो पहलां दा सी, क्योंकि किसान अंदोलन वेले दीप दा जिहड़ा रिश्ता सी उस परिवार नाल टुट गया। तो जो दीप का टुट गया तो मेरा भी टुट गया। मैनू जिहड़ी गल दुख दिंदी आ, मैं दीप का दिओल परिवार के प्रति जिहड़ा प्यार सी वो अंदरों देखिया। दीप जिस तरह नाल गल करता हुंदा सी तो वही कहता सी भी अपना परिवार है सर, अपनी फैमिली, आपां नूं इन्हां दा ध्यान रखना चाहिए। इन्हां नूं कई गल्लां दा नहीं पता, जां इन्हां दे सिर ते कोई कर्जा है जां कोई होर बिजनस दीयां प्रॉब्लम्स ने। तो मैं वो सारियां गल्लां दा गवाह है। तो जदों विचारधारक तौर पर वखरेवें हो गए तो दीप ने उन्होंने कुछ नहीं कहा, कदे मंदा चंगा नहीं बोलिया। दीप अड हो गया। उन्होंने सगों दीप नूं बॉबी दिओल ने फोन करके एक बारी कहा कि तू साडे नाल गद्दारी की, तू सनी भाजी की पिठ च छुरा मारिया। तो दीप नूं बहुत दुख होया इस गल का, उन्हें मैनूं फोन करके गल दसी, क्योंकि दीप इन्ना ज़्यादा भावुक बंदा सी, इन्ना ज़्यादा सच्चा सुच्चा बंदा सी कि उन्होंने लगता सी कि आपां तां विचारधारक तौर पर अड होए हैं सर, आप पिठ च छुरा नहीं मार सकते, और सनी भाजी की पिठ के विच छुरा किवें मार सकते हैं? आप तां अलग हो गए उन्हां तो, आपां उन्हां बारे कुछ नहीं कहा। पर जो उन्होंने बिहेव किया बाद च, दीप हौली हौली, मैं दीप नूं कहा, मैं जो विचारधारक वखरेवें हुंदे ने तां लकीर खिंचनी पैंदी है। मेरे भी बहुत सारे इहो जिहे गायकां नाल और जिहड़े वड्डे बंदियां नाल संबंध सी, जिन्हां दी राजनीतिक सोच कोई होर हो गई, तो मैं भी उन्हां तो वख हो गया। तो मैं दीप नूं कहा कोई गल नहीं, इहो जिहियां कुर्बानियां जिहड़ियां ओह देणियां ही पैंदियां ने, पर यह गल ठीक है कि तू उन्हों की पिठ च छुरा नहीं मारिया। उन्होंने इस तरह की शब्दावली नहीं सी बोलनी चाहिए। पर दीप तो इस गल का मन तो वो बोझ रहा, वो मन तो यह गल का भी बोझ रहा कि यार सनी दिओल जां वो लोगों ने मेरी गल नूं समझिया नहीं कि मैं पंजाब खातर जो कुछ कर रहा वो सच्चे दिलों कर रहा, पर मैं उन्हों का नहीं विरोध कर रहा, उन्हों की आपदी सोच है। तो मैनू इस गल का पता सीगा है कि दीप इस गल नूं महसूस करता। जो दीप चला गया तो सनी दिओल ने एक ट्वीट किया बड़ा अजीब जिहा। धर्मिंदर ने कोई कुछ नहीं लिखा, कोई ट्वीट नहीं किया, वो जिहियां आपदियां जिहड़ियां फोटोआं जिहां जां आपदे वीडियो हल्के पद्धर दीयां गल्लां वो
ਜਿਸ ਤਰ੍ਹਾਂ ਉਹ ਪਹਿਲਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਸੀ ਉਵੇਂ ਹੀ ਫਿਰ ਕਰਦੇ ਰਹੇ। ਬੌਬੀ ਦਿਓਲ, ਜਿਹਦੇ ਨਾਲ ਉਹ ਪੂਰੀ ਦੁਨੀਆ 'ਚ ਘੁੰਮਦਾ ਵੀ ਰਿਹਾ, ਬੜਾ ਉਹਦੇ ਨਾਲ ਪਿਆਰ ਸੀ ਉਹਦਾ, ਉਹਨੇ ਵੀ ਕੁਛ ਨਹੀਂ ਕੀਤਾ। ਤਾਂ ਮੈਨੂੰ ਦੁੱਖ ਬਹੁਤ ਹੋਇਆ ਇਸ ਗੱਲ ਦਾ ਕਿ ਇੰਨਾ ਪਿਆਰਾ ਬੰਦਾ ਜਿਹਨੇ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਪਰਿਵਾਰ ਨੂੰ ਇੰਨਾ ਸਾਂਭਿਆ, ਤੁਹਾਡੇ ਬਿਜ਼ਨਸ ਨੂੰ ਇੰਨਾ ਸਾਂਭਿਆ, ਤੁਹਾਡੀ ਇਨਕਮ ਹੋਰ ਬਾਰੇ, ਕਿਉਂਕਿ ਵਕੀਲ ਦੇ ਤੌਰ 'ਤੇ ਕੰਮ ਕਰਦਾ ਸੀ, ਤੁਹਾਡੀ ਪ੍ਰੋਡਕਸ਼ਨ ਫਿਲਮਾਂ ਦੇ ਵਿੱਚ ਤੁਹਾਡੇ ਲਈ ਕਿੰਨਾ ਮਦਦਗਾਰ ਸਾਬਤ ਹੋਇਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਸਨੀ ਦਿਓਲ ਆਪਦੇ ਮੁੰਡੇ ਦੀ ਫਿਲਮ ਬਣਾ ਰਿਹਾ ਸੀ ਪਲ ਪਲ ਦਿਲ ਕੇ ਪਾਸ, ਉਸ ਵਕਤ ਅਸੀਂ ਜੋਰਾ 2 ਬਣਾਉਣ ਦੀਆਂ ਸਕੀਮਾਂ 'ਚ ਸੀਗੇ ਅਤੇ ਸਾਡੇ ਕੋਲ ਪੈਸੇ ਹੈ ਨਹੀਂ ਸੀ, ਘੱਟ ਪੈਸੇ ਸੀ। ਤਾਂ ਸਨੀ ਦਿਓਲ ਨੇ ਦੀਪ ਨੂੰ ਕਿਹਾ ਕਿ ਮੈਨੂੰ ਪੈਸੇ ਚਾਹੀਦੇ, ਕਿਉਂਕਿ ਉਹਦੇ ਮੁੰਡੇ ਦੀ ਫਿਲਮ ਸੀ ਜਿਹੜੀ ਉਹ ਓਵਰ ਬਜਟ ਹੋ ਗਈ ਸੀ। ਤਾਂ ਦੀਪ ਹਮੇਸ਼ਾ ਉਹਨਾਂ ਦੀ ਮਦਦ ਕਰਦਾ ਸੀ। ਮਤਲਬ ਦੁਨੀਆ ਕਿੰਨੀ ਪੱਥਰ ਦਿਲ ਆ, ਕਿਵੇਂ ਲੋਕ ਭੁੱਲ ਜਾਂਦੇ ਨੇ, ਜਾਂ ਉਸ ਬੰਦੇ ਨੂੰ ਜਿਹੜਾ 10 12 13 ਸਾਲ ਉਹਨਾਂ ਦਾ ਪਰਿਵਾਰ ਦਾ ਅੰਗ ਬਣ ਕੇ ਰਿਹਾ, ਉਹਦੇ ਬਾਰੇ ਜਿਸ ਕਿਸਮ ਦਾ ਰਿਐਕਟ ਉਸ ਦਿਓਲ ਫੈਮਿਲੀ ਨੇ ਕੀਤਾ, ਉਹਨੇ ਮੈਨੂੰ ਬਹੁਤ, ਮਤਲਬ ਮੈਨੂੰ ਦੁੱਖ ਹੁੰਦਾ ਬਹੁਤ। ਮੈਂ ਉਹਨਾਂ ਲੋਕਾਂ ਨੂੰ ਪਹਿਲਾਂ ਵੀ ਚੰਗੇ ਨਹੀਂ ਸੀ ਸਮਝਦਾ ਜਦੋਂ ਤੋਂ ਉਹ BJP 'ਚ ਗਏ ਸੀਗੇ, ਅਤੇ ਬਾਅਦ ਦੇ ਵਿੱਚ ਹੁਣ ਤਾਂ ਬਹੁਤ ਹੀ ਜ਼ਿਆਦਾ ਮੈਨੂੰ ਉਹਨਾਂ ਲੋਕਾਂ ਨਾਲ ਇੱਕ ਤਰ੍ਹਾਂ ਦੀ ਨਫ਼ਰਤ ਹੋ ਗਈ। ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਬਾਰੇ ਦੀਪ ਨੇ ਬਹੁਤ ਕੁਝ ਚੰਗਾ ਕੀਤਾ। ਬਹੁਤ ਸਾਰੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਡਾਇਰੈਕਟਰ ਬਣਾਇਆ ਦੀਪ ਨੇ, ਜਿਨ੍ਹਾਂ ਦੀ ਬਹੁਤ ਮਦਦ ਕੀਤੀ ਦੀਪ ਨੇ, ਜਿਨ੍ਹਾਂ ਨੂੰ ਕੰਮ ਦਿੱਤਾ ਦੀਪ ਨੇ ਫਿਲਮਾਂ 'ਚ। ਉਹਨਾਂ ਨੇ ਪੋਸਟ ਤੱਕ ਨਹੀਂ ਪਾਈ ਦੀਪ ਦੇ ਜਾਣ 'ਤੇ। ਮਤਲਬ ਕਿੰਨੇ ਪੱਥਰ ਦੇ ਲੋਕ ਨੇ। ਮੈਨੂੰ ਇਹ ਗੱਲ ਬਹੁਤ ਦੁੱਖ ਦਿੰਦੀ ਹੈ। ਬੇਸ਼ੱਕ ਹਰ ਬੰਦੇ ਦਾ ਆਪਦਾ ਇੱਕ ਢੰਗ ਤਰੀਕਾ ਹੁੰਦਾ, ਪਰ ਜਿਹੜੇ ਬੰਦਿਆਂ ਬਾਰੇ ਮੈਨੂੰ ਪਤਾ ਕਿ ਇਹਨਾਂ ਬੰਦਿਆਂ ਦੀ ਦੀਪ ਨੇ ਮਦਦ ਕੀਤੀ, ਪਰ ਉਹਨਾਂ ਨੇ ਹਾਂ ਦਾ ਨਾਅਰਾ ਵੀ ਨਹੀਂ ਮਾਰਿਆ ਦੀਪ ਦੇ ਜਾਣ 'ਤੇ, ਤਾਂ ਮੈਨੂੰ ਦੁੱਖ ਹੁੰਦਾ ਬਹੁਤ ਜ਼ਿਆਦਾ। ਕਿਉਂਕਿ ਮੈਂ ਬੇਸ਼ੱਕ ਦੀਪ ਨਾਲ ਬਹੁਤ ਜ਼ਿਆਦਾ ਲੜਦਾ ਰਹਿੰਦਾ ਸੀ, ਜਾਂ ਉਹ ਮੇਰੇ ਨਾਲ ਲੜਦਾ ਰਹਿੰਦਾ ਸੀ। ਲੜਾਈ ਮੀਨਸ ਬਹਿਸ, ਪਰ ਸਾਡਾ ਪਿਆਰ ਬਹੁਤ ਸੀ। ਆਖਰੀ ਸਮਾਂ ਜਿਹੜਾ ਉਹਦਾ 1.5 ਸਾਲ, ਉਦੋਂ ਅਸੀਂ ਕਦੇ ਨਹੀਂ ਇੱਕ ਦੂਜੇ ਨਾਲ ਬਹਿਸ ਕੀਤੀ, ਕਿਉਂਕਿ ਜਦੋਂ ਉਸ ਵਕਤ ਦੀਪ ਬਿਲਕੁਲ ਉਹੋ ਜਿਹਾ ਹੋ ਗਿਆ ਸੀ ਜਿਹੋ ਜਿਹਾ ਮੈਂ ਚਾਹੁੰਦਾ ਸੀ ਕਿ ਦੀਪ ਨੂੰ ਬਤੌਰ ਇਨਸਾਨ ਜਿਹੋ ਜਿਹਾ ਹੋਣਾ ਚਾਹੀਦਾ। ਔਰ ਮੈਂ ਪਹਿਲਾਂ ਵੀ ਇਹ ਗੱਲ ਬੋਲੀ ਕਿ ਜਿਉਂ-ਜਿਉਂ ਉਹ ਸਿਆਣਾ ਹੁੰਦਾ ਗਿਆ, ਪੰਜਾਬ ਬਾਰੇ ਚੰਗਾ ਹੁੰਦਾ ਗਿਆ, ਉਹਦਾ ਸਟੈਂਡ ਕਲੀਅਰ ਹੁੰਦਾ ਗਿਆ, ਤਿਉਂ-ਤਿਉਂ ਹੀ ਮੇਰਾ ਉਹਦੇ ਨਾਲ ਪਿਆਰ ਵੱਧਦਾ ਗਿਆ। ਫਿਰ ਮੈਨੂੰ ਇਹ ਸਮਝ ਆ ਗਈ ਕਿ ਹੁਣ ਇਹ ਉਹ ਬੰਦਾ ਬਣ ਚੁੱਕਿਆ ਜਿਹੋ ਜਿਹਾ ਬੰਦਾ ਮੈਂ ਚਾਹੁੰਦਾ ਸੀ ਕਿ ਦੀਪ ਨੂੰ ਹੋਣਾ ਚਾਹੀਦਾ। ਪਹਿਲਾਂ ਉਹ ਬਿਲਕੁਲ ਹੋਰ ਤਰ੍ਹਾਂ ਦਾ ਬੰਦਾ ਸੀ ਜਦੋਂ ਸਾਡੀ ਬਹਿਸ ਹੁੰਦੀ ਸੀ। ਇਸ ਕਰਕੇ ਉਹਦੇ ਜਾਣ ਤੋਂ ਬਾਅਦ ਉਹ ਮੇਰੇ ਹੋਰ ਵੀ ਜ਼ਿਆਦਾ ਨੇੜੇ ਹੋ ਗਿਆ। ਜੇ ਉਹ ਜਿਉਂਦਾ ਹੁੰਦਾ ਜਾਂ ਅਸੀਂ ਆਮ ਕੰਮ ਕਰ ਰਹੇ ਹੁੰਦੇ ਤਾਂ ਮੈਂ ਉਸ ਗੱਲ ਨੂੰ ਕੋਈ ਠੀਕ ਹੈ ਵੀ ਚਲ ਕੋਈ ਨਹੀਂ, ਆਪਣਾ ਭਰਾ ਹੈ, ਆਪਣਾ ਮੁੰਡਾ ਹੈ, ਉਹ ਆਪਦੇ ਕੰਮ ਕਰਦਾ ਫਿਰਦਾ, ਮੈਂ ਆਪਦੇ ਕੰਮ ਕਰਦਾ ਫਿਰਦਾ, ਵਿੱਚ ਦੀ ਅਸੀਂ ਵੀ ਫਿਲਮ ਕਰ ਲੈਂਦੇ ਹਾਂ, ਮਿਲ ਵੀ ਲੈਂਦੇ ਹਾਂ, ਗੱਲਾਂ ਵੀ ਕਰ ਲੈਂਦੇ ਹਾਂ। ਪਰ ਹੁਣ ਤਾਂ ਬਿਲਕੁਲ ਬਰਦਾਸ਼ਤ ਨਹੀਂ ਹੁੰਦਾ, ਮਤਲਬ ਇਹ ਸੋਚ ਕੇ ਕਿ ਦੀਪ ਹੈ ਨਹੀਂ ਗਾ ਔਰ ਮੈਂ ਉਹਦੇ ਨਾਲ ਕੰਮ ਨਹੀਂ ਕਰ ਪਾਊਂਗਾ, ਉਹਨੂੰ ਮਿਲ ਨਹੀਂ ਪਾਊਂਗਾ, ਜਾਂ ਪੂਰਾ ਪੰਜਾਬ, ਪੂਰੀ ਦੁਨੀਆ ਦੇ ਵਿੱਚ ਬੈਠੇ ਜਿਹੜੇ ਪੰਜਾਬੀ ਆ ਉਹ ਉਹਨੂੰ ਇਸ ਤਰੀਕੇ ਨਾਲ ਯਾਦ ਕਰਨਗੇ ਔਰ ਅਸੀਂ ਕੁਛ ਨਹੀਂ ਕਰ ਪਾਵਾਂਗੇ। ਇਹ ਗੱਲ ਮੈਨੂੰ ਬਹੁਤ ਤੰਗ ਕਰਦੀ ਹੈ। ਦੀਪ ਦਾ ਸਰੀਰਕ ਰੂਪ ਦੇ ਵਿੱਚ ਜਿਹੜਾ ਸਾਡੇ ਤੋਂ ਜੁਦਾ ਹੋਣਾ, ਉਹਦਾ ਰੂਹਾਨੀ ਰੂਪ ਦੇ ਵਿੱਚ ਬਹੁਤ ਵੱਡਾ ਹੋ ਜਾਣਾ ਹੈ। ਅਸਲ 'ਚ ਉਹ ਇੰਨਾ ਵੱਡਾ ਹੋ ਗਿਆ ਕਿ ਉਹ ਕਣ ਦੇ ਵਿੱਚ ਮੇਰੇ ਹਰ ਪਾਸੇ ਮੈਨੂੰ ਇੱਦਾਂ ਲੱਗਦਾ ਕਿ ਉਹ ਹੈ। ਔਰ ਮੈਨੂੰ ਇਹ ਵੀ ਲੱਗਦਾ ਹੈ ਕਿ ਮੈਂ ਮਨ ਹੀ ਮਨ ਇਹ ਗੱਲ ਵੀ ਕਹਿਣਾ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਬਹੁਤ ਵਾਰ ਦਿਨ ਵਿੱਚ ਮੈਂ ਇਹ ਅਰਦਾਸ ਕਰਦਾ ਕਿ ਵੀਰੇ ਯਾਰ ਜੇ ਕੋਈ ਮੇਰੇ ਤੋਂ ਗਲਤੀ ਹੋਈ ਹੋਵੇ ਤਾਂ ਉਹਨੂੰ ਮਾਫ਼ ਕਰੀ ਯਾਰ। ਕਦੇ ਮੈਂ ਤੇਰਾ ਦਿਲ ਦੁਖਾਇਆ ਹੋਵੇ ਤਾਂ ਯਾਰ ਮਾਫ਼ ਕਰੀ।
ਕਿਉਂਕਿ ਉਹ ਇੰਨੀ ਵੱਡੀ ਰੂਹ, ਇੰਨੀ ਵੱਡੀ ਸ਼ਖਸੀਅਤ, ਮੈਨੂੰ ਪਤਾ ਹੈ ਕਿ ਉਹ ਜਿੱਥੇ ਵੀ ਹੋਊਗਾ ਬਹੁਤ ਸ਼ਾਨ ਨਾਲ ਹੋਊਗਾ। ਪਰਮਾਤਮਾ ਦੀ ਗੋਦ ਦੇ ਵਿੱਚ ਬੈਠਾ ਹੋਊਗਾ, ਉਹ ਪਰਮਾਤਮਾ ਦਾ ਪਿਆਰਾ ਬੱਚਾ। ਉਹਦੀ ਜ਼ਿੰਦਗੀ ਬੇਸ਼ੱਕ ਬਹੁਤ ਔਖੀ ਨਿਕਲੀ, ਛੋਟੀ ਉਮਰ 'ਚ ਮਾਂ ਚਲੀ ਗਈ, ਫਿਰ ਬਾਪ ਚਲਾ ਗਿਆ, ਉਹ ਘਰੋਂ ਦੂਰ ਰਿਹਾ, ਬਹੁਤ ਕੁਛ ਉਹਨੇ ਜ਼ਿੰਦਗੀ 'ਚ ਝੱਲਿਆ, ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਝੱਲੇ, ਪਰ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ। ਔਰ ਇਹ ਸਾਰਾ ਕੁਛ ਉਹ ਸਾਨੂੰ ਵੀ ਸਿਖਾ ਗਿਆ। ਇਹ ਮੈਨੂੰ ਪਤਾ ਹੈ ਕਿ ਜਿੰਨੀ ਵੱਡੀ ਗਿਣਤੀ 'ਚ ਸੰਗਤ ਉਸਦੇ ਸੰਸਕਾਰ 'ਤੇ ਸ਼ਾਮਿਲ ਸੀ, ਜਾਂ ਉਦੋਂ ਬਾਅਦ ਫਤਿਹਗੜ੍ਹ ਸਾਹਿਬ ਅਰਦਾਸ ਦੇ ਵਿੱਚ ਸ਼ਾਮਿਲ ਸੀ, ਜਾਂ ਜਿੰਨੀ ਵੱਡੀ ਗਿਣਤੀ 'ਚ ਆਪਾਂ ਉਹਨੂੰ ਰੋਜ਼ ਯਾਦ ਕਰਦੇ ਹਾਂ, ਉਹ ਪ੍ਰਵਾਨ ਹੋ ਗਿਆ ਪਰਮਾਤਮਾ ਦੇ ਘਰ 'ਚ। ਜਿਵੇਂ ਕਹਿੰਦੇ ਹੁੰਦੇ ਆ ਕਿ ਜਿਹੜੀਆਂ ਇਹੋ ਜਿਹੀਆਂ ਰੂਹਾਂ ਹੁੰਦੀਆਂ ਨੇ, ਉਹ ਆਵਾਗਮਨ ਦੇ ਚੱਕਰ 'ਚੋਂ ਮੁਕਤ ਹੋ ਜਾਂਦੀਆਂ ਨੇ, ਪਰ ਅਸੀਂ ਫੇਰ ਵੀ ਇਹ ਚਾਹੁੰਦੇ ਹਾਂ ਕਿ ਉਹ ਇਸ ਚੱਕਰ 'ਚੋਂ ਮੁਕਤ ਨਾ ਹੋਵੇ, ਉਹ ਵਾਪਸ ਆਵੇ। ਫੇਰ ਉਹ ਵਾਰ-ਵਾਰ ਮਨੁੱਖਾ ਜਨਮ ਲੈ ਕੇ ਇਸ ਧਰਤੀ ਤੇ ਆਵੇ। ਮੇਰੀ ਤਾਂ ਉਹੀ ਹਾਲਤ ਆ ਕਿ ਮੈਂ 10 ਘੰਟੇ ਬੈਠਾ ਵੀ ਉਹਦੀਆਂ ਗੱਲਾਂ ਕਰ ਸਕਦਾ, ਤੇ ਔਰ ਮੈਨੂੰ ਇਹ ਵੀ ਪਤਾ ਕਿ ਤੁਸੀਂ ਸਾਰੇ ਸੁਣ ਸਕਦੇ ਹੋ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਬਹਿ ਕੇ ਕਿਤੇ ਗੱਲਾਂ ਕਰਦੇ ਆ ਉਹਦੀਆਂ। ਜਿੰਨਾ ਚਿਰ ਜਿਉਂਦੇ ਰਹਾਂਗੇ ਅਸੀਂ ਐਂ ਹੀ ਉਹਦੀਆਂ ਗੱਲਾਂ ਕਰਾਂਗੇ, ਉਹਦੀ ਸੋਚ 'ਤੇ ਪਹਿਰਾ ਦੇਵਾਂਗੇ, ਉਹਦੇ ਦਿਖਾਏ ਰਾਹਾਂ 'ਤੇ ਚੱਲਾਂਗੇ। ਇਹ ਮੇਰਾ ਉਹਦੇ ਨਾਲ ਵਾਅਦਾ ਹੈ, ਤੇ ਤੁਹਾਡੇ ਸਾਰਿਆਂ ਨਾਲ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।